Hello students, how are you? Welcome to your botany lecture. Beta, today we will start beta oxidation of fatty acids. Now, what are fatty acids? Acids present in fats are called as fatty acids in simple language. But if we talk in chemistry language, fatty acids are the long chain of hydrocarbons in which monocarboxyl group is present. ਤਾਂ ਬੇਟਾ ਇਹ ਆ ਮੈਂ ਸਪੋਜ਼ ਇੱਕ ਫੈਟੀ ਐਸਿਡ ਦਾ ਡਾਇਗਰਾਮ ਆ ਅਤੇ ਹੁਣ ਸਭ ਤੋਂ ਪਹਿਲਾਂ ਅਲਫਾ ਔਰ ਬੀਟਾ ਸਮਝਣ ਦੀ ਲੋੜ ਆ ਕਿ ਲਾਸਟ ਜਿਹੜਾ ਕਾਰਬਨ ਆ ਉੱਥੇ ਆ ਫੰਕਸ਼ਨਲ ਗਰੁੱਪ ਅਟੈਚਡ ਹੁੰਦਾ ਆ ਤਾਂ ਉਹਦੇ ਨਾਲ ਵਾਲਾ ਜਿਹੜਾ ਕਾਰਬਨ ਆ ਇਹ ਵਾਲਾ ਅਲਫਾ ਹੁੰਦਾ ਆ ਅਤੇ ਉਹਦੇ ਨਾਲ ਵਾਲਾ ਜਿਹੜਾ ਕਾਰਬਨ ਆ ਆਹ ਬੀਟਾ ਆ ਤਾਂ ਇਹ ਜਿਹੜੀ ਅਲਫਾ ਔਰ ਬੀਟਾ ਵਾਲੀ ਕੰਡੀਸ਼ਨ ਆ ਇਹ ਕਲੀਅਰ ਇੱਥੇ ਹੀ ਕਰ ਲਓ। ਨਾਓ ਅਸੀਂ ਜੇ ਗੱਲ ਕਰੀਏ ਕਿ ਕਿਉਂ ਜਿਹੜੀ ਬੀਟਾ ਆਕਸੀਡੇਸ਼ਨ ਆ ਫੈਟੀ ਐਸਿਡ ਦਾ ਇਹਦੀ ਲੋੜ ਕੀ ਪਈ ਤਾਂ ਜਦੋਂ ਬਾਡੀ ਸਾਡੀ ਫਾਸਟਿੰਗ ਸਟੇਜ 'ਤੇ ਹੁੰਦੀ ਆ ਮਤਲਬ ਕਿ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਕੁਝ ਵੀ ਖਾਧਾ ਪੀਤਾ ਨਹੀਂ ਹੁੰਦਾ ਤਾਂ ਉਸ ਵੇਲੇ ਬਾਡੀ ਜਿਹੜੀ ਆ ਉਹ ਆਪਣੇ ਜਿਹੜੇ ਅੰਦਰ ਰਿਜ਼ਰਵਾਇਰਸ ਹੁੰਦੇ ਆ ਫੈਟਸ ਵਗੈਰਾ ਉਹਨਾਂ ਤੋਂ ਐਨਰਜੀ ਲੈਂਦੀ ਆ 95% ਆਫ ਫੈਟਸ ਐਨਰਜੀ ਜਿਹੜੀ ਆ ਉਹਨੂੰ ਮਿਲਦੀ ਆ ਫਰੋਮ ਬੀਟਾ ਆਕਸੀਡੇਸ਼ਨ। ਹੁਣ ਜੇ ਅਸੀਂ ਗੱਲ ਕਰੀਏ ਕਿ ਕਾਮਨ ਆਕਸੀਡੇਸ਼ਨ ਕਿਹੜੀ ਹੁੰਦੀ ਆ ਉਹ ਹੁੰਦੀ ਆ ਬੀਟਾ ਆਕਸੀਡੇਸ਼ਨ। ਮਾਈਨਰ ਵੀ ਹੁੰਦੀ ਆ ਕੁਛ ਫੋਰ ਐਗਜ਼ਾਮਪਲ ਅਲਫਾ ਅਤੇ ਓਮੇਗਾ ਆਕਸੀਡੇਸ਼ਨ ਇਹ ਮਾਈਨਰ ਆ ਇਹਨਾਂ ਨੂੰ ਆਪਾਂ ਡਿਟੇਲ 'ਚ ਨਹੀਂ ਪੜ੍ਹਨਾ ਹੈਗਾ। ਹੁਣ ਜਿਹੜੇ ਆਕਸੀਡੇਸ਼ਨ ਆਫ ਫੈਟੀ ਐਸਿਡਸ ਜਿਹੜੇ ਆ ਉਹ ਬੀਟਾ ਕਾਰਬਨ 'ਤੇ ਜਿਹੜੀ ਹੁੰਦੀ ਆ ਮਤਲਬ ਦੋ ਕਾਰਬਨ ਫਰੈਗਮੈਂਟਸ ਦਾ ਰਿਮੂਵਲ ਹੋਣਾ ਐਸੀਟਾਈਲ ਕੋਐਨਜ਼ਾਈਮ ਇਹ ਬਣਨਾ ਇਹ ਅਸੀਂ ਹਲੇ ਅੱਗੇ ਆਪਣੇ ਪ੍ਰੋਸੈਸ 'ਚ ਪੜ੍ਹਾਂਗੇ। ਜਸਟ ਇੱਥੇ ਇੱਕ ਬਰੀਫ 'ਚ ਤੁਹਾਨੂੰ ਪਹਿਲਾਂ ਦੱਸਿਆ ਆ। ਹੁਣ ਸਪੋਜ਼ ਆ ਇੱਕ ਫੈਟੀ ਐਸਿਡ ਆ ਫੈਟੀ ਐਸਿਡ ਦੇ ਫਾਰਮੂਲਾ ਆਪਾਂ ਤੁਸੀਂ ਪੜ੍ਹੇ ਹੋਣੇ ਆ ਜਾਂ ਲਿਪਿਡਸ ਵਾਲੇ 'ਚ ਆਪਾਂ ਪੜ੍ਹਿਆ ਸੀਗਾ ਤਾਂ ਇਹਦੇ ਵਿੱਚ ਆ ਫੰਕਸ਼ਨਲ ਗਰੁੱਪ ਆ ਆਹ ਅਲਫਾ ਕਾਰਬਨ ਆ ਅਤੇ ਆ ਬੀਟਾ ਕਾਰਬਨ ਆ। ਹੁਣ ਅਸੀਂ ਬੀਟਾ ਆਕਸੀਡੇਸ਼ਨ ਦੀ ਗੱਲ ਕਰਨੀ ਆ ਤਾਂ ਇਸ ਕਾਰਬਨ ਨੂੰ ਧਿਆਨ 'ਚ ਰੱਖਣਾ ਆ। ਤਾਂ ਸਭ ਤੋਂ ਪਹਿਲਾਂ ਇਹ ਜਾਣ ਲਈਏ ਕਿ ਬੀਟਾ ਆਕਸੀਡੇਸ਼ਨ ਹੁੰਦੀ ਕਿੱਥੇ ਆ। ਬੀਟਾ ਆਕਸੀਡੇਸ਼ਨ ਹੁੰਦੀ ਆ ਮਾਈਟੋਕੌਂਡਰੀਆ ਦੇ ਵਿੱਚ। ਮਾਈਟੋਕੌਂਡਰੀਆ ਦੇ ਵਿੱਚ ਆਪਾਂ ਦੇਖਿਆ ਕਿ ਆਊਟਰ ਮਾਈਟੋਕੌਂਡਰੀਅਲ ਮੈਂਬਰੇਨ ਹੁੰਦੀ ਆ ਇਨਰ ਮਾਈਟੋਕੌਂਡਰੀਅਲ ਮੈਂਬਰੇਨ ਹੁੰਦੀ ਆ ਮੈਟ੍ਰਿਕਸ ਹੁੰਦਾ ਆ। ਤਾਂ ਸਟੇਜ 1 OMM 'ਚ ਹੁੰਦੀ ਆ ਸਟੇਜ 2 IMM 'ਚ ਔਰ ਮੈਟ੍ਰਿਕਸ ਥਰਡ ਸਟੇਜ ਹੋਣੀ ਆ। ਹੁਣ ਆਹ ਆਊਟਰ ਔਰ ਇਨਰ ਮੈਂਬਰੇਨ ਦੇ ਵਿਚਕਾਰ ਜਿਹੜੀ ਸਪੇਸ ਹੁੰਦੀ ਆ ਇਨਰ ਮੈਂਬਰੇਨ ਤੋਂ ਅੱਗੇ ਜਿਹੜੀ ਸਪੇਸ ਹੁੰਦੀ ਆ ਉਹਨੂੰ ਆਪਾਂ ਇਨਰ ਮੈਂਬਰੇਨਲ ਸਪੇਸ ਵੀ ਕਹਿੰਦੇ ਆ। ਇਹਦਾ ਥੋੜ੍ਹਾ ਜਿਹਾ ਹੀ ਡਿਸਕ੍ਰਿਪਸ਼ਨ ਹੈਗਾ ਉਹ ਆਪਾਂ ਨੂੰ ਟਾਈਮ 'ਤੇ ਪਤਾ ਲੱਗ ਜਾਊਗਾ। ਹੁਣ ਕੁਝ ਸੈਲਸ ਹੈਗੇ ਆ ਜਿਨ੍ਹਾਂ ਦੇ ਵਿੱਚ ਮਾਈਟੋਕੌਂਡਰੀਆ ਨਹੀਂ ਹੁੰਦਾ ਹੈਗਾ ਤਾਂ ਉਹਨਾਂ ਦੇ ਵਿੱਚ ਬੀਟਾ ਆਕਸੀਡੇਸ਼ਨ ਨਹੀਂ ਹੋਣਾ ਹੈਗਾ। ਫੋਰ ਐਗਜ਼ਾਮਪਲ ਇਰੀਥਰੋਸਾਈਟਸ ਦੇ ਵਿੱਚ ਮਾਈਟੋਕੌਂਡਰੀਆ ਨਹੀਂ ਹੁੰਦਾ ਇਟ ਮੀਨਸ ਉਹਦੇ ਵਿੱਚ ਬੀਟਾ ਆਕਸੀਡੇਸ਼ਨ ਨਹੀਂ ਹੋਣਾ ਹੈਗਾ। ਇਹ ਤੁਹਾਨੂੰ 1 ਮਾਰਕ 'ਚ ਕਦੇ ਪੁੱਛਿਆ ਤਾਂ। ਫਿਰ ਬੀਟਾ ਆਕਸੀਡੇਸ਼ਨ ਜਿਹੜਾ ਆ ਬੇਟਾ ਇਹ 3 ਸਟੇਜਸ 'ਚ ਹੁੰਦਾ ਆ। ਫਸਟ ਸਟੇਜ ਇਜ਼ ਐਕਟੀਵੇਸ਼ਨ ਆਫ ਫੈਟੀ ਐਸਿਡਸ ਜਿਹੜੀ ਕਿ OMM 'ਚ ਹੁੰਦੀ ਆ। ਸੈਕਿੰਡ ਇਜ਼ ਕਾਰਨੇਟਿਨ ਸ਼ਟਲ ਜਿਹੜੀ ਕਿ ਜਿਹਦਾ ਮਤਲਬ ਟਰਾਂਸਪੋਰਟ ਆਫ ਫੈਟੀ ਐਸਿਡਸ ਟੂ ਮਾਈਟੋਕੌਂਡਰੀਆ IMM ਤੱਕ। ਔਰ ਫਿਰ ਨੈਕਸਟ ਜਿਹੜਾ ਹੈਗਾ ਆ 4 ਸਟੈਪ ਆਕਸੀਡੇਸ਼ਨ ਪ੍ਰੋਸੈਸ ਆ। ਤਾਂ ਬੀਟਾ ਆਕਸੀਡੇਸ਼ਨ ਜਿਹੜੀ ਆ ਇਹ 4 ਸਟੈਪਸ 'ਚ ਕੰਪਲੀਟ ਹੋਣੀ ਆ। ਕਿਹੜੀ 4 ਸਟੈਪ ਆ ਆਕਸੀਡੇਸ਼ਨ ਹਾਈਡਰੇਸ਼ਨ ਆਕਸੀਡੇਸ਼ਨ ਅਤੇ ਥਾਇਓਲਾਈਸਿਸ ਔਰ ਕਲੀਵੇਜ। ਅਤੇ ਹੁਣ ਸਟੇਜ 1 ਹੈਗੀ ਆ ਆਕਸੀਡੇਸ਼ਨ ਆਫ ਫੈਟੀ ਐਸਿਡ। ਇੱਥੋਂ ਤਾਂ ਬੇਟਾ ਈਜ਼ੀ ਆ ਤੁਸੀਂ ਮਤਲਬ ਸਾਈਕਲ ਕਿਸੇ ਵੀ ਫਾਰਮਸ ਚਾਹੇ ਉਹਨੂੰ ਸਰਕੂਲਰ ਫਾਰਮ 'ਚ ਕਰ ਲਓ ਚਾਹੇ ਉਹਨੂੰ
ਸਟ੍ਰੇਟ ਬਣਾ ਲਓ, ਉਹ ਤੁਹਾਡੇ 'ਤੇ ਡਿਪੈਂਡ ਕਰੂਗਾ। ਤਾਂ ਸਟੇਜ 1 ਹੈਗੇ ਆ ਐਕਟੀਵੇਸ਼ਨ ਆਫ ਫੈਟੀ ਐਸਿਡ। ਇਹਦਾ ਮਤਲਬ ਕੀ ਆ ਕਿ ਜਦੋਂ ਵੀ ਕੋਈ ਫੈਟੀ ਐਸਿਡ ਨੇ ਬ੍ਰੇਕ ਡਾਊਨ ਹੋਣਾ ਆ, ਤਾਂ ਫੈਟੀ ਐਸਿਡ ਕਦੇ ਵੀ ਐਸ ਸੱਚ ਬ੍ਰੇਕ ਡਾਊਨ ਨਹੀਂ ਹੁੰਦਾ ਹੈਗਾ, ਟੁੱਟਦਾ ਨਹੀਂ ਹੈਗਾ। ਟੁੱਟਣ ਤੋਂ ਪਹਿਲਾਂ ਉਹਨੂੰ ਕਨਵਰਟ ਹੋਣਾ ਹੁੰਦਾ ਆ ਐਸਾਈਲ ਕੋਐਨਜ਼ਾਈਮ ਏ 'ਚ। ਤਾਂ ਮਤਲਬ ਕਹਿ ਲਓ ਕਿ ਹੋਰ ਫਾਰਮ ਦੇ ਵਿੱਚ ਕਨਵਰਟ ਹੋਏਗਾ ਤਾਂ ਫੈਟੀ ਐਸਿਡ ਦਾ ਬ੍ਰੇਕਡਾਊਨ ਹੋਣਾ ਆ। ਤਾਂ ਇੱਥੇ ਫਸਟ ਰਿਐਕਸ਼ਨ ਕੀ ਹੋਏਗੀ, ਫੈਟੀ ਐਸਿਡ ਪਲੱਸ ਕੋਐਨਜ਼ਾਈਮ ਏ, ਤਾਂ ਇਹ ਬਣ ਜਾਊਗਾ ਫੈਟੀ ਐਸਾਈਲ ਕੋਐਨਜ਼ਾਈਮ ਏ। ਤਾਂ ਹਮੇਸ਼ਾ ਯਾਦ ਰੱਖਣਾ ਆ ਕਿ ਫੈਟੀ ਐਸਿਡ ਕਦੇ ਵੀ ਐਸ ਸੱਚ ਬ੍ਰੇਕਡਾਊਨ ਨਹੀਂ ਹੋਏਗਾ, ਉਹਨੂੰ ਪਹਿਲਾਂ ਖੁਦ ਟੁੱਟਣਾ ਪਏਗਾ ਕਿਸੇ ਹੋਰ ਕੰਪਾਊਂਡ 'ਚ, ਤਾਂ ਉਹ ਅੱਗੇ ਆਕਸੀਡੇਸ਼ਨ ਉਹਦੀ ਹੋਏਗੀ। ਤਾਂ ਫੈਟੀ ਐਸਿਡ ਪਲੱਸ ਕੋਐਨਜ਼ਾਈਮ ਏ ਗਿਵ ਰਾਈਜ਼ ਟੂ ਫੈਟੀ ਐਸਾਈਲ ਕੋਐਨਜ਼ਾਈਮ ਏ। ਇਹ ਵੀ 2 ਸਟੈਪ ਪ੍ਰੋਸੈਸ ਹੈ। ਹੁਣ ਕਈ ਬੁੱਕਸ 'ਚ ਤੁਹਾਨੂੰ ਇਹ ਕੰਬਾਈਨਲੀ ਲਿਖਿਆ ਹੋਇਆ ਸਟੈਪ ਮਿਲ ਜਾਏਗਾ, ਪਰ ਮੈਂ ਸਿਰਫ ਫॉर ਐਕਸਪਲੇਨੇਸ਼ਨ ਤੁਹਾਨੂੰ ਅਲੱਗ-ਅਲੱਗ ਲਿਖੇ ਆ। 2 ਸਟੈਪ ਕੀ ਆ ਕਿ ਸਪੋਜ਼ ਫੈਟੀ ਐਸਿਡ ਆ ਇਨ ਆਇਓਨਿਕ ਫਾਰਮ, ਤਾਂ ਇਹ ਫੈਟੀ ਐਸਿਡ ਥਾਇਓਕਾਈਨਾਈਜ਼ ਇੰਜ਼ਾਈਮ ਦੀ ਪ੍ਰੈਜ਼ੈਂਸ ਦੇ ਵਿੱਚ ATP ਲੈ ਕੇ, ATP ਨਾਲ ਇਹ ਕੰਬਾਈਨ ਹੋਏਗਾ, ਇੱਕ ਫਾਸਫੇਟ ਗਰੁੱਪ ਨਿਕਲੂਗਾ ਬਾਹਰ, ਤੇ ਇੱਥੇ ਕੀ ਬਣੂਗਾ ਐਸਾਈਲ ਐਡੀਨਿਲੇਟ, ਤੇ AMP ਜਿਹੜਾ ਆ ਉਹ ਬਾਹਰ ਨਿਕਲ ਜਾਣਾ, ਸੌਰੀ AMP ਇੱਥੇ ਜੁੜ ਜਾਣਾ ਆ। ਮਤਲਬ ਇੱਕ ਫਾਸਫੇਟ ਗਰੁੱਪ ਜਿਹੜਾ ਆ ਇੱਥੇ ਜੁੜ ਗਿਆ ਤੇ ਇੱਕ ਫਾਸਫੇਟ ਗਰੁੱਪ ਜਿਹੜਾ ਆ ਉਹ ਬਾਹਰ ਨਿਕਲ ਗਿਆ। ਫਿਰ ਇਹ ਜਿਹੜਾ ਐਸਾਈਲ ਐਡੀਨਿਲੇਟ ਆ, ਇਹ ਕੋਐਨਜ਼ਾਈਮ ਏ ਦੀ ਪ੍ਰੈਜ਼ੈਂਸ ਦੇ ਵਿੱਚ ਹੁਣ AMP ਇੱਥੇ ਬਾਹਰ ਨਿਕਲੂਗਾ ਤੇ ਐਸਾਈਲ ਕੋਐਨਜ਼ਾਈਮ ਇਹ ਬਣ ਗਿਆ ਆ ਡਬਲ ਬੌਂਡ ਕੋਐਨਜ਼ਾਈਮ ਏ। ਤਾਂ ਇਹ ਆਪਾਂ ਕਹਾਂਗੇ ਇਹਨੂੰ ਐਸਾਈਲ ਕੋਐਨਜ਼ਾਈਮ ਏ, ਮਤਲਬ ਫੈਟੀ ਐਸਾਈਲ ਕੋਐਨਜ਼ਾਈਮ ਏ। ਠੀਕ ਹੈ। ਹੁਣ ਇਹਦੇ ਵਿੱਚ ਕੀ ਹੋਇਆ, ATP ਯੂਜ਼ ਹੋਇਆ ਟੂ ਫਾਰਮ AMP ਐਂਡ ਅਕਰਸ ਇਨ OMM, ਮਤਲਬ ਆਊਟਰ ਮਾਈਟੋਕੌਂਡਰੀਅਲ ਮੈਂਬਰੇਨ ਦੇ ਵਿੱਚ ਇਹ ਵਾਲੀ ਰਿਐਕਸ਼ਨ ਹੁੰਦੀ ਆ। ਤੁਸੀਂ ਇੱਥੇ ਐਰੋ ਲਗਾ ਲੈਣਾ ਆ, AMP ਜਿਹੜਾ ਆ ਬਾਹਰ ਨਿਕਲਿਆ। ਫਿਰ ਨੈਕਸਟ ਜਿਹੜਾ ਹੈਗਾ ਆ ਜਿਹੜੀ ਸਟੇਜ 2 ਹੈਗੀ ਆ, ਉਹ ਹੈਗੀ ਆ ਟ੍ਰਾਂਸਫਰ ਆਫ ਫੈਟੀ ਐਸਾਈਲ ਐਕਟੀਵੇਟਡ ਇਨਟੂ ਮਾਈਟੋਕੌਂਡਰੀਆ। ਹੁਣ ਜਿਹੜਾ ਫੈਟੀ ਐਸਾਈਲ ਕੋਐਨਜ਼ਾਈਮ ਏ ਬਣਿਆ ਸੀ, ਉਹਨੇ ਇਨਰ ਮੈਂਬਰੇਨ ਤੱਕ ਜਾਣਾ ਆ। ਤਾਂ ਯਾਦ ਰੱਖਿਓ ਕਿ ਜਿਹੜਾ ਇਹ ਫੈਟੀ ਐਸਾਈਲ ਬਣਿਆ ਆ, ਫੈਟੀ ਐਸਾਈਲ ਕੋਐਨਜ਼ਾਈਮ ਏ, ਇਹਨੂੰ ਆਪਾਂ ਫ੍ਰੀ ਫੈਟੀ ਐਸਿਡ ਵੀ ਕਹਿ ਦਈਦਾ ਆ। ਤਾਂ ਕਿਤੇ ਕਿਤੇ ਤੁਹਾਨੂੰ ਫ੍ਰੀ ਫੈਟੀ ਐਸਿਡ ਟਰਮ ਮਿਲੂਗੀ। ਫ੍ਰੀ ਮਤਲਬ ਕਿ ਇਹ ਟੁੱਟ ਕੇ ਐਕਟੀਵੇਟ ਹੋ ਕੇ ਫਿਰ ਇਹਨੇ ਆਕਸੀਡੇਸ਼ਨ ਲਈ ਸਾਈਕਲ ਕੰਪਲੀਟ ਕਰਨੀ ਹੈ ਜਾਂ ਆਕਸੀਡੇਸ਼ਨ ਹੋਣਾ ਆ। ਹੁਣ ਜਿਹੜਾ ਫੈਟੀ ਐਸਾਈਲ ਕੋਐਨਜ਼ਾਈਮ ਏ ਆ ਬੇਟਾ, ਉਹਨੇ ਐਸ ਸੱਚ ਕਦੇ ਵੀ ਕਹਿ ਲਓ ਕਿ ਅੰਦਰ ਮਾਈਟੋਕੌਂਡਰੀਅਲ ਮੈਂਬਰੇਨ ਤੱਕ ਨਹੀਂ ਵੜਨਾ ਹੈਗਾ। ਇਹ ਵੀ ਇੱਕ ਕੰਡੀਸ਼ਨ ਆ। ਇਹਨੂੰ ਕੋਈ ਕੰਪਾਊਂਡ ਚਾਹੀਦਾ ਹੁੰਦਾ ਆ ਫॉर ਕੰਪਲੀਟਿੰਗ ਇਟਸ ਰਿਐਕਸ਼ਨ। ਤਾਂ ਉਹ ਕੰਪਾਊਂਡ ਹੈਗਾ ਆ, ਅੰਦਰ ਜਾਣ ਲਈ ਕਿਸੇ ਦੀ ਹੈਲਪ ਚਾਹੀਦੀ ਹੁੰਦੀ ਆ, ਉਹ ਕੈਰੀਅਰ ਇਹਨੂੰ ਹੈਗਾ ਮਿਲਦਾ ਆ ਕਾਰਨੀਟਾਈਨ। ਹੁਣ ਕਾਰਨੀਟਾਈਨ ਜਿਹੜਾ ਆ ਉਹ ਮਾਈਟੋਕੌਂਡਰੀਆ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਆ। ਤਾਂ ਇਹ ਕਾਰਨੀਟਾਈਨ ਨੇ ਹੈਲਪ ਕਰਨੀ ਆ ਫੈਟੀ ਐਸਾਈਲ ਕੋਐਨਜ਼ਾਈਮ ਏ ਨੂੰ ਬਾਹਰੋਂ ਅੰਦਰ ਤੱਕ ਪਹੁੰਚਾਉਣ ਲਈ। ਹੁਣ ਭਾਵੇਂ ਇੱਥੇ ਕਹਿ ਲਓ ਕਿ ਕਾਰਨੀਟਾਈਨ ਦਾ ਸ਼ਟਲ ਬਾਹਰ ਵੀ ਕੋਈ ਬੈਰੀਅਰ ਪ੍ਰੈਜ਼ੈਂਟ ਆ, ਪਰ ਉਹ ਡਾਇਰੈਕਟ ਨਹੀਂ ਪਹੁੰਚਾ ਸਕਦਾ ਹੈਗਾ। ਤਾਂ ਇੱਥੇ ਕੀ ਹੋਏਗਾ, ਜਿਹੜਾ ਫੈਟੀ ਐਸਾਈਲ ਕੋਐਨਜ਼ਾਈਮ ਏ ਆ ਜਾਂ ਕਹਿ ਲਓ ਕਿ ਕਾਰਨੀਟਾਈਨ ਆ, ਠੀਕ ਹੈ, ਕਾਰਨੀਟਾਈਨ ਖੁਦ ਰਿਐਕਟ ਹੋਏਗਾ ਫੈਟੀ ਐਸਾਈਲ ਕੋਐਨਜ਼ਾਈਮ ਏ ਨਾਲ ਤੇ ਬਣਾਊਗਾ ਫੈਟੀ ਐਸਾਈਲ ਕਾਰਨੀਟਾਈਨ। ਹੁਣ ਯਾਦ ਰੱਖਿਓ ਕਿ
ਜਿਹੜਾ ਫੈਟੀ ਐਸਾਈਲ ਕੋਐਂਜ਼ਾਈਮ ਏ ਆ, ਕਿਉਂਕਿ ਆਕਸੀਡੇਸ਼ਨ ਸਾਰਾ ਮਾਈਟੋਕੌਂਡਰੀਆ ਦੇ ਵਿੱਚ ਹੁੰਦਾ ਆ, ਤਾਂ ਬਾਹਰਲੀ ਮੈਂਬਰੇਨ ਤੋਂ ਫੈਟੀ ਐਸਾਈਲ ਕੋਐਂਜ਼ਾਈਮ ਏ ਅੰਦਰ ਤੱਕ ਡਾਇਰੈਕਟਲੀ ਖੁਦ ਨਹੀਂ ਪਹੁੰਚ ਸਕਦਾ, ਤਾਂ ਉਹਨੂੰ ਕੋਈ ਕੰਪਾਊਂਡ ਚਾਹੀਦਾ ਹੁੰਦਾ, ਕੈਰੀਅਰ ਚਾਹੀਦਾ ਹੁੰਦਾ। ਉਹ ਕੈਰੀਅਰ ਹੈਗਾ ਆ ਕਾਰਨੇਟਾਈਨ। ਹੁਣ ਇਹ ਕਾਰਨੇਟਾਈਨ ਜਿਹੜਾ ਆ ਫੈਟੀ ਐਸਾਈਲ ਕੋਐਂਜ਼ਾਈਮ ਏ ਨਾਲ ਰਿਐਕਸ਼ਨ ਕਰੂਗਾ, ਕੋਐਂਜ਼ਾਈਮ ਏ ਬਾਹਰ ਨਿਕਲ ਜਾਣਾ ਆ ਅਤੇ ਬਣ ਜਾਣਾ ਆ ਫੈਟੀ ਐਸਾਈਲ ਕਾਰਨਾਟਾਈਨ। ਔਰ ਇਹ ਜਿਹੜੀ ਰਿਐਕਸ਼ਨ ਆ ਕਾਰਨੇਟਾਈਨ ਟਰਾਂਸਫੀਰੇਸ 1 CAT1 ਦੀ ਪ੍ਰੈਜ਼ੈਂਸ ਦੇ ਵਿੱਚ ਹੋਣਾ ਆ। ਹੁਣ ਫੈਟੀ ਐਸਾਈਲ ਕਾਰਨਾਟਾਈਨ ਜਿਹੜਾ ਆ ਉਹ ਮੂਵ ਕਰ ਜਾਣਾ ਆ ਅੰਦਰ ਇਨਟੂ IMM, ਇਨਰ ਮੈਂਬਰੇਨ ਤੱਕ ਪਹੁੰਚ ਜਾਣਾ ਆ। ਹੁਣ ਇਨਰ ਮੈਂਬਰੇਨ ਤੱਕ ਪਹੁੰਚ ਗਿਆ, ਫਿਰ ਕੀ ਹੋਣਾ ਆ, ਆਹ ਜਿਹੜਾ ਫੈਟੀ ਐਸਾਈਲ ਕਾਰਨਾਟਾਈਨ ਆ ਇਹਨੇ ਹੁਣ ਇਹਦਾ ਡਾਇਰੈਕਟ ਆਕਸੀਡੇਸ਼ਨ ਨਹੀਂ ਹੋਣਾ ਹੈਗਾ, ਤਾਂ ਇਹ ਫੈਟੀ ਐਸਾਈਲ ਕਾਰਨਾਟਾਈਨ ਵੀ ਖੁਦ ਨੂੰ ਕਨਵਰਟ ਕਰੇਗਾ, ਜਾਂ ਆਕਸੀਡੇਸ਼ਨ ਲਈ ਇਹਦਾ ਕਨਵਰਜਨ ਵੀ ਜ਼ਰੂਰੀ ਆ। ਤਾਂ ਫੈਟੀ ਐਸਾਈਲ ਕਾਰਨਾਟਾਈਨ ਕੋਐਂਜ਼ਾਈਮ ਨਾਲ ਫਿਰ ਦੀ ਰਿਐਕਸ਼ਨ ਕਰੇਗਾ ਅਤੇ ਬਣ ਜਾਊਗਾ ਫੈਟੀ ਐਸਾਈਲ ਕੋਐਂਜ਼ਾਈਮ ਏ, ਜਿਹਨੇ ਖੁਦ ਆਕਸੀਡੇਸ਼ਨ ਕਰਨ ਲਈ ਚਲੇ ਜਾਣਾ ਆ, ਅਤੇ ਕਾਰਨੇਟਿਨ ਅਲੱਗ ਹੋ ਜਾਣਾ ਆ। ਇਹ ਕਾਰਨੇਟਿਨ ਨੇ ਮੁੜ ਕੇ ਫਿਰ ਤੀ ਕਿੱਥੇ ਚਲੇ ਜਾਣਾ ਆ, ਆਹ ਬਾਹਰ ਮੈਂਬਰੇਨ, ਆਹੀ ਕਾਰਨੇਟਿਨ ਕਿ ਦੂਸਰੇ ਫੈਟੀ ਐਸਾਈਲ ਕੋਐਂਜ਼ਾਈਮ ਏ ਨੂੰ ਅੰਦਰ ਲੈਣ ਲਈ ਬਾਹਰ ਚਲੇ ਜਾਣਾ ਆ। ਤਾਂ ਇਹ ਸਾਈਕਲ ਇੱਦਾਂ ਹੀ ਕਾਰਨਾਟਾਈਨ, ਫੈਟੀ ਐਸਾਈਲ ਕਾਰਨਾਟਾਈਨ, ਫਿਰ ਇਹਦਾ ਫੈਟੀ ਐਸਾਈਲ ਕੋਐਂਜ਼ਾਈਮ ਏ ਬਣਿਆ, ਕਾਰਨਾਟਾਈਨ ਲਿਬਰੇਟ ਹੋ ਗਿਆ, ਇਹਨੇ ਫਿਰ ਬਾਹਰ ਜਾਈ ਜਾਣਾ। ਤਾਂ ਇਹੀ ਸਾਈਕਲ ਰਿਪੀਟ ਹੁੰਦਾ ਰਹਿੰਦਾ ਹੈ, ਤਾਂ ਕਿ ਹੋਰ ਜਿਹੜੇ ਫੈਟੀ ਐਸਾਈਲ ਕੋਐਂਜ਼ਾਈਮ ਏ ਆ ਉਹ ਜ਼ਿਆਦਾ ਅੰਦਰ ਆ ਸਕਣ। ਤਾਂ ਇਹਨੂੰ ਅਸੀਂ ਕੰਪਲੀਟਲੀ ਇਹਨੂੰ ਕਹਿੰਦੇ ਆਪਾਂ ਕਾਰਨਾਟਾਈਨ ਸ਼ਟਲ। ਤਾਂ ਇਸੇ ਤਰ੍ਹਾਂ ਆਹ ਜਿਹੜੀ ਹੁਣ ਰਿਐਕਸ਼ਨ ਆ, ਜਦੋਂ ਇਹ ਇੱਥੇ ਅੰਦਰ ਲਿਆਉਣ ਲਈ ਜਿਹੜੀ ਇੰਜ਼ਾਈਮ ਹੈਲਪ ਕਰਦੀ ਆ ਕਾਰਨਾਟਾਈਨ ਟਰਾਂਸਫੀਰੇਸ 1, ਅਤੇ ਇਹਨੂੰ ਇੱਥੋਂ ਬਾਹਰ ਭੇਜਣ ਲਈ ਜਿਹੜੀ ਦੂਸਰੀ ਇੰਜ਼ਾਈਮ ਹੈਲਪ ਕਰਦੀ ਆ ਉਹ ਹੈਗੀ ਆ ਕਾਰਨਾਟਾਈਨ ਟਰਾਂਸਫੀਰੇਸ 2 CA2। ਤਾਂ ਆਹ ਡਾਇਗਰਾਮ ਦੇ ਵਿੱਚ ਮੈਂ ਇਹ ਤੁਹਾਨੂੰ ਦਿਖਾਉਣ ਲਈ 2-3 ਡਾਇਗਰਾਮ ਦਿੱਤੇ ਤਾਂ ਕਿ ਤੁਹਾਨੂੰ ਈਜ਼ੀਲੀ ਸਮਝ ਆ ਜਾਏ। ਅੰਦਰ ਲੈ ਜਾਣ ਲਈ CAT1 ਅਤੇ ਬਾਹਰ ਭੇਜਣ ਲਈ CA2। ਇੱਦਾਂ ਹੀ ਇਹ ਸਾਈਕਲ ਰਿਪੀਟ ਹੋਈ ਜਾਣਾ, ਅਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਫੈਟੀ ਐਸਾਈਲ ਕੋਐਂਜ਼ਾਈਮ ਏ ਆ ਆਕਸੀਡੇਸ਼ਨ ਲਈ ਅੰਦਰ ਆਈ ਜਾਣੇ ਆ। ਅਤੇ ਮਾਈਟੋਕੌਂਡਰੀਆ ਦੇ ਵਿੱਚ ਇਹ ਰਿਐਕਸ਼ਨ ਹੁੰਦੀ ਆ, ਇੰਨਾ ਤਾਂ ਤੁਹਾਨੂੰ ਸਮਝ ਆ ਗਿਆ ਹੁਣ। ਹੁਣ ਆਹੀ ਜਿਹੜੀ ਰਿਐਕਸ਼ਨਸ ਹੋਈਆਂ ਆ ਇਹ 4 ਸਟੈਪ ਆਕਸੀਡੇਸ਼ਨ ਪ੍ਰੋਸੈਸ ਆ। ਤਾਂ ਆਪਾਂ ਪਹਿਲਾਂ ਵੀ ਪੜ੍ਹਿਆ ਆਕਸੀਡੇਸ਼ਨ, ਹਾਈਡਰੇਸ਼ਨ, ਆਕਸੀਡੇਸ਼ਨ, ਥਾਇਓਲਾਈਸਿਸ। ਥਾਇਓਲਾਈਸਿਸ ਨੂੰ ਕਲੀਵੇਜ ਵੀ ਕਹਿੰਦੇ ਆ, ਮਤਲਬ ਟੁੱਟਣਾ। ਆਕਸੀਡੇਸ਼ਨ, ਹੁਣ ਆਹ ਵਾਲੇ ਆਕਸੀਡੇਸ਼ਨ ਦੀ ਗੱਲ ਕਰੀਏ, ਆਕਸੀਡੇਸ਼ਨ ਮਤਲਬ ਰਿਮੂਵਲ ਆਫ ਹਾਈਡਰੋਜਨ, ਤਾਂ ਇਹ ਹੋਣਾ ਆ FAD ਨੇ ਕਰਨਾ ਆ। ਹਾਈਡਰੇਸ਼ਨ ਮਤਲਬ ਵਾਟਰ ਦਾ ਰਿਐਕਸ਼ਨ ਹੋਣਾ ਜਾਂ ਵਾਟਰ ਅੰਦਰ ਜਾਣਾ। ਫਿਰ ਆਕਸੀਡੇਸ਼ਨ ਮਤਲਬ ਰਿਮੂਵਲ ਆਫ ਹਾਈਡਰੋਜਨ, ਤਾਂ ਇਹ NAD ਨੇ ਕਰਨਾ ਆ, ਬਾਈ NADH। ਤਾਂ ਇਹ ਰਿਐਕਸ਼ਨ ਹੈ। ਹੁਣ ਰਿਐਕਸ਼ਨ ਈਜ਼ੀ ਆ, ਉਹ ਤੁਸੀਂ ਪੜ੍ਹੀ ਵੀ ਹੋਣੀ ਆ ਕਿ ਆ ਇੱਕ ਫੈਟੀ ਐਸਿਡ ਆ। ਆਪਾਂ ਹੁਣ ਬੀਟਾ ਆਕਸੀਡੇਸ਼ਨ ਪੜ੍ਹ ਰਹੇ ਹਾਂ, ਤਾਂ ਬੀਟਾ ਕਾਰਬਨ ਆ। ਹੁਣ ਬੀਟਾ ਕਾਰਬਨ 'ਤੇ ਪਹਿਲਾਂ ਆਪਾਂ ਪੜ੍ਹਿਆ ਸੀਗਾ, ਸਪੋਜ਼ ਇਹ ਫੈਟੀ ਐਸਿਡ ਹੈਗਾ ਪਾਲਮੀਟੋਇਲ ਕੋਐਂਜ਼ਾਈਮ ਏ। ਹੁਣ ਇਹਦੇ ਵਿੱਚ ਕੀ ਹੋਇਆ ਆ ਕਿ ਆਕਸੀਡੇਸ਼ਨ ਮਤਲਬ ਹੁੰਦਾ ਰਿਮੂਵਲ ਆਫ ਹਾਈਡਰੋਜਨ, ਤਾਂ ਪਾਲਮੀਟੋਇਲ ਕੋਐਂਜ਼ਾਈਮ ਏ, ਐਸੀਟਾਈਲ ਕੋਐਂਜ਼ਾਈਮ ਏ ਡੀਹਾਈਡਰੋਜਿਨੇਸ, ਹਾਈਡਰੋਜਨ ਨੂੰ ਕੌਣ ਕੱਢੂਗਾ? ਡੀਹਾਈਡਰੋਜਿਨੇਸ ਐਂਜ਼ਾਈਮ। FAD FAD ਜੁੜਿਆ ਔਰ FADH2 ਬਾਹਰ ਨਿਕਲਿਆ, ਤਾਂ ਇਹ ਬਣ ਗਿਆ ਇੱਥੋਂ ਇਨੋਇਲ ਕੋਐਂਜ਼ਾਈਮ ਏ। ਤਾਂ ਹੁਣ ਆਪਾਂ ਸਿੱਧੀ ਜਿਹੀ ਗੱਲ ਕਰੀਏ ਕਿ ਜੇ ਇੱਕ ਹਾਈਡਰੋਜਨ ਨਿਕਲਿਆ ਇੱਥੋਂ ਬੀਟਾ ਕਾਰਬਨ ਤੋਂ, ਆਹ ਦੇਖੋ,
बीटा कार्बन तो एक हाइड्रोजन निकलिया। हुण वैलेंसी पूरी करन लई दूसरे कार्बन तो भी हाइड्रोजन हट गया तो इत्थे डबल बॉन्ड आ गया, है ना। ये बन गया इनॉयल कोएंजाइम ए। तो बस ऑक्सीजन हाइड्रोजन का निकलना तो हाइड्रोजन का जोड़ना, ये नाल ये वाला ऑक्सीडेशन जिहड़ा आ कंप्लीट हो जाना आ। फिर ये तो बनया आह बीटा हाइड्रोक्सी एसाइल कोएंजाइम ए। दैन बीटा हाइड्रोक्सी एसाइल कोएंजाइम ए च फिर ती ऑक्सीडेशन होया, मतलब हाइड्रोजन रिमूव होना आ इन द प्रेजेंस ऑफ बीटा हाइड्रोक्सी एसाइल COA डिहाइड्रोजनेज। NAD रिएक्ट किया तो बाहर निकलिया NADH। हुण ये थोड़ा जिहा 2.5 ATP इत्थे बनने आ, ये मैं थोड़ा जिहा बाद फिर तुहानूं दसूँगी, बस तुसीं इन्ना याद रखना। तो जिथे FAD सीगा और FADH2 बाहर निकले उत्थे 1.5 ATP एक टाइम ते बनने आ या एक साइकिल च बनने आ। हुण बीटा ये जिहड़ा बीटा हाइड्रोक्सी एसाइल कोएंजाइम ए ने, ਇਹਦੇ ਵਿੱਚੋਂ हाइड्रोजन रिमूव होना आ तो बन गया बीटा कीटो एसाइल कोएंजाइम ए। सिर्फ डबल बॉन्ड लगे या सिंगल बॉन्ड होया, की चीज़ टुट्टी। बीटा कीटो एसाइल कोएंजाइम ए दा हुण क्लीवेज होना आ, टुटना आ। तो कोएंजाइम ए दी प्रैजेंस दे विच इहने दो कंपाउंड्स च टुट जाना आ। दो कंपाउंड्स हैगे आ मिरिस्टोल कोएंजाइम ए C14 ते एसीटाइल कोएंजाइम ए। ਇਹਦੇ ਵਿੱਚ 6 ਹੁਣ ਇਹ ਪੂਰਾ ਆਕਸੀਡੇਸ਼ਨ ਹੋਣ ਨੂੰ ਜਾਂ ਪੂਰੀ એનર્ਜੀ ਦੇਣ ਨੂੰ 6 ਸਾਈਕਲਸ ਚਾਹੀਦੇ ਆ। ਤਾਂ ਇਹ ਜਿਹੜਾ ਮਿਰਿਸਟੋਲ ਕੋਐਂਜ਼ਾਈਮ ਇਹ ਆ, ਇਹ ਫਰਦਰ ਜਿਹੜੇ ਆ ਦੂਸਰੇ ਸਾਈਕਲਸ 'ਚ ਵੀ ਹੈਲਪ ਕਰਦਾ ਆ। ਐਸੀਟਾਈਲ ਕੋਐਂਜ਼ਾਈਮ ਇਹ ਇੱਥੇ 6 ਕਾਰਬਨ ਬਣਨੇ ਆ, 6 ਕਾਰਬਨ ਕੰਪਾਊਂਡ ਆ ਇਹ। ਤਾਂ ਇੰਨਾ ਚਲੋ ਤੁਸੀਂ ਧਿਆਨ 'ਚ ਮਾੜਾ ਜਿਹਾ ਰੱਖ ਲੈਣਾ ਆ। ਹੁਣ ਜੇ ਅਸੀਂ ਇਹਦਾ એનર્ਜੀ ਐਨਾਲਿਸਿਸ ਦੀ ਗੱਲ ਕਰੀਏ ਤਾਂ ਪਾਲਮਿਟਿਕ ਐਸਿਡ ਦੀ ਗੱਲ ਅਸੀਂ ਦੇਖਿਆ ਐਗਜ਼ਾਮਪਲ 16 ਕਾਰਬਨ ਕੰਪਾਊਂਡ ਸੀਗਾ। ਬੀਟਾ ਆਕਸੀਡੇਸ਼ਨ ਕਰਨ ਲਈ ਪੂਰੀ એનર્ਜੀ ਲੈਣ ਲਈ ਜਾਂ ਦੇਣ ਲਈ ਉਹਨੂੰ 7 ਸਾਈਕਲਸ ਦੀ ਲੋੜ ਪੈਂਦੀ ਆ। 7 ਵਾਰ ਉਹਦਾ ਰੋਟੇਟਿੰਗ ਹੋਏਗੀ ਜਾਂ ਸਾਈਕਲਿੰਗ ਹੋਏਗੀ। ਤਾਂ 8 ਐਸੀਟਾਈਲ ਕੋਐਂਜ਼ਾਈਮ ए ਬਣੋਗੇ 7 ਸਾਈਕਲ ਦੇ ਵਿੱਚ। ਤੇ ਜੇ ATP ਕਿੰਨੇ ਬਣਨੇ ਆ, 4 ਬਾਰ ਬਣੇ 7 ਸਾਈਕਲਸ 4 × 4 7 ਤਾਂ 28 ATP ਪੂਰੇ ਸਾਈਕਲਾਂ 'ਚ ਬਣੇ ਇਹ NAATP। ਹੁਣ ਜੇ ਅਸੀਂ ਗੱਲ ਕਰੀਏ ਵੈਲ ਫੈਡ ਸਟੇਟ, ਵੈਲ ਫੈਡ ਮਤਲਬ ਜਦੋਂ ਪੂਰਾ ਭੋਜਨ ਖਾਧਾ ਹੁੰਦਾ, ਅਸੀਂ ਫੂਡ ਖਾਧਾ ਹੁੰਦਾ ਤਾਂ ਫੈਟੀ ਐਸਿਡ ਸਿੰਥੇਸਿਸ ਹੁੰਦਾ ਆ। ਇਨਸੂਲਿਨ ਜਿਹੜਾ ਹੁੰਦਾ ਆ ਉਹ ਫੈਟੀ ਐਸਿਡ ਸਿੰਥੇਸਿਸ ਨੂੰ ਇਨਕਰੀਜ਼ ਕਰਦਾ ਆ। ਤਾਂ ਜਿਹੜਾ ਅਸੀਂ ਆਹ ਮੈਰਿਸਟੋਲ ਕੋਐਂਜ਼ਾਈਮ ਏ, ਇਹਨੂੰ ਮੈਲੋਨੇਲ ਕੋਐਂਜ਼ਾਈਮ ਏ ਵੀ ਕਹਿ ਦਿੰਦੇ ਆ, ਇਹ ਮੋਟੀਵੇਟਡ ਪ੍ਰੋਡਕਟ ਆ। ਇਹ ਜਦੋਂ ਬਹੁਤ ਜ਼ਿਆਦਾ ਬਣ ਜਾਂਦਾ ਆ ਤਾਂ ਇਹੀ ਇਨਹਿਬਿਟ ਕਰਦਾ ਆ ਬੀਟਾ ਆਕਸੀਡੇਸ਼ਨ। ਤਾਂ ਹੀ ਉੱਥੇ ਡਿਸਕਸ ਕਰਨਾ ਇਹਨੂੰ ਇੰਪੋਰਟੈਂਟ ਸੀਗਾ। ਅਤੇ ਵੀ ਮਤਲਬ ਇਨਹਿਬਿਟਰ ਵੀ ਨਾਲ ਹੀ ਡਿਵੈਲਪ ਹੁੰਦਾ ਆ ਜਾਂ ਨਾਲ ਹੀ ਬਣਦਾ ਆ। ਜਦੋਂ ਫੈਟੀ ਐਸਿਡ ਸਿੰਥੇਸਿਸ ਹੁੰਦਾ ਹੈ, ਮਤਲਬ ਜਦੋਂ ਫੈਟੀ ਐਸਿਡ ਬਣਨਗੇ ਉਸ ਵੇਲੇ ਬੀਟਾ ਆਕਸੀਡੇਸ਼ਨ ਨਹੀਂ ਹੋਣਾ। ਇਹ ਖਾਸ ਧਿਆਨ ਆ। ਇਹ ਨਹੀਂ ਹੈਗਾ ਕਿ ਇੱਕ ਪਾਸੇ ਬਣੀ ਜਾਊਗਾ ਅਤੇ ਦੂਸਰੇ ਪਾਸੇ ਟੁੱਟੂਗਾ। ਬੀਟਾ ਆਕਸੀਡੇਸ਼ਨ ਕਿਉਂ ਹੁੰਦਾ ਆ, ਆਪਾਂ ਨੂੰ ਪਤਾ ਆ ਕਿ ਜਦੋਂ ਬਾਡੀ ਨੂੰ ਫੂਡ ਦੀ ਲੋੜ ਹੁੰਦੀ ਆ, ਐਨਰਜੀ ਦੀ ਲੋੜ ਹੁੰਦੀ ਆ ਜਾਂ ਗਲਾਈਕੋਲਿਸਿਸ ਕੰਪਲੀਟ ਕਰਨ ਲਈ ਗਲੂਕੋਸ ਨਹੀਂ ਹੁੰਦਾ ਬਾਡੀ ਕੋਲ, ਤਾਂ ਉਸ ਵੇਲੇ ਫੈਟੀ ਐਸਿਡ ਟੁੱਟਦੇ ਆ। ਉਹਨਾਂ ਦਾ ਟੁੱਟਣਾ ਮਤਲਬ ਉਹਨਾਂ ਦਾ ਆਕਸੀਡੇਸ਼ਨ ਹੁੰਦਾ ਆ ਤਾਂ ਕਿ ਫੈਟਸ ਨੂੰ ਐਨਰਜੀ ਮਿਲ ਸਕੇ, ਬਾਡੀ ਨੂੰ ਐਨਰਜੀ ਮਿਲ ਸਕੇ, ਫੈਟ ਸਾਨੂੰ ਐਨਰਜੀ ਦੇ ਸਕਣ।
ਤਾਂ ਕਰਕੇ ਜਦੋਂ ਫੈਟੀ ਐਸਿਡ ਸਿੰਥੇਸਿਸ ਹੋਏਗਾ ਉਸ ਵੇਲੇ ਬੀਟਾ ਆਕਸੀਡੇਸ਼ਨ ਨਹੀਂ ਹੋਣਾ ਹੈਗਾ, ਇਹ ਖਾਸ ਧਿਆਨ ਰੱਖਣਾ। ਆ ਮੈਂ ਤੁਹਾਨੂੰ એનર્ਜੀ ਇਹਦਾ ਕਿੰਨੇ KTP ਮਿਲਦੇ ਆ ਇਹ ਮੈਂ ਤੁਹਾਨੂੰ ਵੈਸੇ ਹੀ ਦੱਸਿਆ ਆ ਕਿ ਪਾਲਮਿਟਿਕ ਐਸਿਡ ਅਸੀਂ ਪਿੱਛੇ ਪੜ੍ਹਿਆ ਆ ਉਹ 16 ਕਾਰਬਨ ਕੰਪਾਊਂਡ ਸੀਗਾ, 16 ਚੋਂ 14 ਜਿਹੜੇ ਆ ਜਿੱਥੇ ਤੱਕ ਮੈਰਿਸਟੋਲ COACL ਕੋਐਂਜ਼ਾਈਮ ਮੈਰਿਸਟੋਲ ਜਿਹੜਾ ਬਣਦਾ ਆ ਪਿਛਲੀ ਸਲਾਈਡ ਦੇ ਵਿੱਚ ਆ ਦੇਖੋ ਮੈਰਿਸਟੋਲ ਜਿਹੜਾ ਆ ਇਹ 14 ਕਾਰਬਨ ਕੰਪਾਊਂਡ ਆ, ਮਤਲਬ 16 ਚੋਂ 14 ਤਾਂ ਇੱਥੇ ਬਣ ਗਏ ਤੇ ਆ ਜਿਹੜਾ ਆ ਐਸੀਟਾਈਲ ਕੋਐਂਜ਼ਾਈਮ ਇਹ 6 ਕਾਰਬਨ ਕੰਪਾਊਂਡ ਆ, ਤਾਂ ਟੋਟਲ 16 14 + 6 ਜਿਹੜੇ ਆ ਇਹ ਇਹ ਤੋਂ ਕੈਲਕੂਲੇਸ਼ਨ ਹੁੰਦੀ ਹੈ ਕਿ ਕਿੰਨੇ ਸਾਈਕਲਸ ਦੇ ਵਿੱਚ ਜਾਂ ਕਿੰਨੀ ਵਾਰ ਆਕਸੀਡੇਸ਼ਨ ਹਾਈਡਰੇਸ਼ਨ ਥਾਇਓਲਿਸਿਸ ਹੋਵੇ ਕਿ ਪੂਰਾ ਬੀਟਾ ਆਕਸੀਡੇਸ਼ਨ ਹੋ ਸਕੇ। ਠੀਕ ਹੈ, 6 more cycles like this ਇਹ ਤਾਂ ਲਿਖਿਆ ਆ। ਤਾਂ 16 ਕਾਰਬਨ ਕੰਪਾਊਂਡ ਆ, 7 ਸਾਈਕਲ ਚਾਹੀਦੇ ਹੁੰਦੇ ਆ ਬੀਟਾ ਆਕਸੀਡੇਸ਼ਨ ਦੇ ਨੂੰ। 7 ਸਾਈਕਲ ਦੇ ਵਿੱਚ 8 ਐਸੀਟਾਈਲ ਕੋਐਂਜ਼ਾਈਮ ਇਹ ਬਣਨਗੇ ਤੇ ਪਿੱਛੇ ਆਪਾਂ ਪੜ੍ਹਿਆ ਸੀਗਾ ਕਿ 2.5 ਇੱਕ ਵਾਰ ATP ਬਣਦਾ FAD ਤੋਂ, 1.5 ਬਣਦਾ ਆ 1.5 ਬਣਦਾ FAD ਤੋਂ ਤੇ 2.5 ਬਣਦਾ NAD ਤੋਂ। ਤਾਂ ਇਹ ਇੱਕ ਸਾਈਕਲ ਦੇ ਵਿੱਚ 4 ATP ਬਣਦੇ ਆ, 7 ਸਾਈਕਲਾਂ ਦੇ ਵਿੱਚ 4 × 7 28 ATP ਬਣਦੇ ਆ। ਤਾਂ ਇੱਕ ਜਿਹੜਾ 7 ਸਾਈਕਲਸ ਦੇ ਵਿੱਚ ਪੂਰਾ ਆਕਸੀਡੇਸ਼ਨ ਹੁੰਦਾ ਆ ਤੇ 28 ATPs ਐਨਰਜੀ ਸਾਨੂੰ ਦਿੰਦੇ ਆ, ਉਹ ਤੋਂ ਫਿਰ ਸਾਡੀ ਬਾਡੀ ਜਿਹੜੀ ਅੱਛੀ ਤਰ੍ਹਾਂ ਵਰਕ ਕਰਦੀ ਹੈ। ਤਾਂ ਇਹ ਸੀਗਾ ਬੀਟਾ ਆਕਸੀਡੇਸ਼ਨ ਥਰੂ ਰਿਐਕਸ਼ਨਸ ਹੀ ਅਸੀਂ ਕਰਨਾ ਆ, ਤੁਹਾਨੂੰ ਸਿਰਫ ਸਮਝਾਉਣ ਲਈ ਸੀਗਾ। ਸਾਰੀਆਂ ਰਿਐਕਸ਼ਨਸ ਲਿਖੀਆਂ, ਸਾਈਕਲ ਤੁਸੀਂ ਜਿਵੇਂ ਮਰਜ਼ੀ ਬਣਾ ਲਓ। ਠੀਕ ਹੈ, ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ ਬੇਟਾ।